ਗੁੱਡ ਮਾਰਨਿੰਗ ਡੀਅਰ ਸਟੂਡੈਂਟਸ। ਬੇਟੇ ਲਾਸਟ ਲੈਕਚਰ ਦੇ ਵਿੱਚ ਅਸੀਂ ਕੁਝ ਪ੍ਰੋਸੈਸਿਸ ਡਿਸਕਸ ਕਰੀਆਂ ਸੀ। ਸੋਲਿਡ ਤੋਂ ਲਿਕੁਇਡ ਬਣਨਾ, ਦਿਸ ਪ੍ਰੋਸੈਸ ਇਜ਼ ਕਾਲਡ ਫਿਊਜ਼ਨ। ਲਿਕੁਇਡ ਟੂ ਸੋਲਿਡ vaporization and gas to solid sublimation. Solid to gas is also called sublimation. Gas to liquid, it is called condensation, and liquid to solid is called solidification. ਤੇ ਇਹ ਪ੍ਰੋਸੈਸਿਸ ਅਸੀਂ ਪੜ੍ਹੀਆਂ ਸਨ। ਇਸ ਤੋਂ ਬਿਨਾਂ ਇੱਕ ਪ੍ਰੋਸੈਸ ਹੋਰ ਹੈ, evaporation. This is called evaporation. ਲਿਕੁਇਡ ਤੋਂ ਗੈਸ ਬਣਨਾ ਪਹਿਲਾਂ ਅਸੀਂ ਪੜ੍ਹ ਕੇ ਆਏ ਹਾਂ, ਉਹ ਹੈ ਵੈਪਰਾਈਜੇਸ਼ਨ। ਐਵੈਪਰੇਸ਼ਨ ਵੀ ਕੀ ਹੈ? ਲਿਕੁਇਡ ਤੋਂ ਗੈਸ ਬਣਨਾ, ਇਹ ਵੀ ਪ੍ਰੋਸੈਸ ਕੀ ਹੈ? ਐਵੈਪਰੇਸ਼ਨ। ਪਰ ਦੋਨਾਂ ਦੇ ਵਿੱਚ ਕੀ ਫਰਕ ਹੈ? ਜਦੋਂ ਲਿਕੁਇਡ ਤੋਂ ਗੈਸ ਬਣਦੀ ਹੈ, ਲਿਕੁਇਡ ਤੋਂ ਗੈਸ ਬਣਦੀ ਹੈ, ਇਸ ਨੂੰ ਕਿਹਾ ਜਾਂਦਾ ਹੈ ਵੈਪਰਾਈਜੇਸ਼ਨ। ਕਦੋਂ? ਜਦੋਂ ਅਸੀਂ ਲਿਕੁਇਡ ਨੂੰ ਬੋਇਲ ਕਰਦੇ ਹਾਂ। ਵੈਨ ਵੀ ਬੋਇਲ a liquid or heat a liquid, it converts into a gas. ਇਹ ਗੈਸ ਦੇ ਵਿੱਚ ਕਨਵਰਟ ਹੋ ਜਾਂਦੀ ਹੈ। ਜਿਵੇਂ ਪਾਣੀ ਨੂੰ ਗਰਮ ਕਰਦੇ ਹਾਂ ਤਾਂ ਵਾਟਰ ਵੇਪਰਸ ਬਣ ਜਾਂਦੇ ਹਨ। ਜਦੋਂ ਬੋਇਲ ਕਰਕੇ ਲਿਕੁਇਡ ਤੋਂ ਗੈਸ ਬਣਦੀ ਹੈ, ਉਸ ਪ੍ਰੋਸੈਸ ਨੂੰ ਕਹਿੰਦੇ ਹਨ ਵੈਪਰਾਈਜੇਸ਼ਨ। ਅਤੇ ਜਦੋਂ ਵਿਦਾਊਟ ਬੋਇਲ ਕਰਕੇ, ਵਿਦਾਊਟ ਬੋਇਲਿੰਗ, ਬਿਨਾਂ ਬੋਇਲ ਤੋਂ ਲਿਕੁਇਡ ਤੋਂ ਗੈਸ ਬਣਨਾ ਜਾਂ ਪਾਣੀ ਤੋਂ ਭਾਫ਼ ਬਣ ਜਾਣਾ, ਉਸ ਨੂੰ ਕਿਹਾ ਜਾਂਦਾ ਹੈ ਐਵੈਪਰੇਸ਼ਨ। ਜਦੋਂ ਬੋਇਲ ਕਰਕੇ ਬਣਦਾ ਹੈ ਤਾਂ ਉਸ ਨੂੰ ਐਵੈਪਰਾਈਜੇਸ਼ਨ। ਜਦੋਂ ਵਿਦਾਊਟ ਬੋਇਲਿੰਗ, ਬਿਲੋ ਇਟਸ ਬੋਇਲਿੰਗ ਪੁਆਇੰਟ, ਬੋਇਲਿੰਗ ਪੁਆਇੰਟ ਤੋਂ ਥੱਲੇ। ਇਸ ਦੀ ਐਗਜ਼ਾਮਪਲ ਤੁਸੀਂ ਹਰ ਰੋਜ਼ ਦੇਖਦੇ ਹੋ, ਘਰ ਦੇ ਵਿੱਚ ਕੱਪੜੇ ਨੇ ਜਿਹੜੇ ਉਹ ਧੋ ਕੇ ਅਸੀਂ ਧੁੱਪ ਦੇ ਵਿੱਚ ਸੁੱਕਣ ਲਈ ਪਾ ਦਿੰਦੇ ਹਾਂ, ਤਾਂ ਉਸ ਕੱਪੜੇ ਦਾ ਜਿਹੜਾ ਪਾਣੀ ਹੈ ਉਹ ਇਵੈਪੋਰੇਟ ਹੋ ਜਾਂਦਾ ਹੈ, ਕੱਪੜੇ ਵਿੱਚੋਂ ਉੱਡ ਜਾਂਦਾ ਹੈ। ਉਸ ਨੂੰ ਅਸੀਂ ਬੋਇਲ ਨਹੀਂ ਕਰਦੇ। ਦੀ ਕਨਵਰਜ਼ਨ ਆਫ ਲਿਕੁਇਡ ਟੂ ਗੈਸ ਵਿਦਾਊਟ ਬੋਇਲਿੰਗ, ਬਿਨਾਂ ਬੋਇਲ ਕਰਨਾ, ਲਿਕੁਇਡ ਤੋਂ ਗੈਸ ਬਣਨਾ, ਦਿਸ ਇਜ਼ ਕਾਲਡ evaporation. This is called evaporation. This phenomena of change of liquid into vapors, liquid ਦਾ vapors ਦੇ ਵਿੱਚ ਕਨਵਰਟ ਹੋਣਾ at any temperature, ਕਿਸੇ ਵੀ ਟੈਂਪਰੇਚਰ 'ਤੇ। ਕਿਹੜਾ ਟੈਂਪਰੇਚਰ? ਬਿਲੋ ਇਟਸ ਬੋਇਲਿੰਗ ਪੁਆਇੰਟ, ਬੋਇਲਿੰਗ ਪੁਆਇੰਟ ਤੋਂ ਥੱਲੇ ਦੇ ਟੈਂਪਰੇਚਰ 'ਤੇ, ਭਾਵ ਬਿਨਾਂ ਬੋਇਲ ਹੋਏ ਲਿਕੁਇਡ ਤੋਂ ਵੇਪਰ ਬਣਨਾ ਇਜ਼ ਕਾਲਡ ਐਵੈਪਰੇਸ਼ਨ। ਦੋਨਾਂ ਦੇ ਵਿੱਚ ਫਰਕ ਕੀ ਹੈ? ਵੈਪਰਾਈਜੇਸ਼ਨ ਐਂਡ ਐਵੈਪਰੇਸ਼ਨ ਦੇ ਵਿੱਚ ਵੈਪਰਾਈਜੇਸ਼ਨ ਲਿਕੁਇਡ ਟੂ ਗੈਸ ਦੇ ਵਿੱਚ ਬਣਨਾ ਆਫਟਰ ਬੋਇਲਿੰਗ, ਬੋਇਲ ਹੋਣ 'ਤੇ, ਇਟ ਇਜ਼ ਕਾਲਡ ਵੈਪਰਾਈਜੇਸ਼ਨ। ਐਂਡ ਕਨਵਰਜ਼ਨ ਆਫ ਜਾਂ ਚੇਂਜ ਆਫ ਲਿਕੁਇਡ ਟੂ ਗੈਸ ਬਿਲੋ ਇਟਸ ਬੋਇਲਿੰਗ ਪੁਆਇੰਟ ਇਜ਼ ਕਾਲਡ ਐਵੈਪਰੇਸ਼ਨ। ਦੋਨੋਂ ਟਰਮਾਂ ਤੁਹਾਨੂੰ ਇਹ ਕਲੀਅਰ ਚਾਹੀਦੀਆਂ ਹਨ। ਇਸ ਤੋਂ ਬਿਨਾਂ ਇੱਕ ਅਸੀਂ ਹੋਰ ਇੱਥੇ ਪੁਆਇੰਟਸ ਡਿਸਕਸ ਕਰਨਾ ਹੈ, ਐਟਮੋਸਫੀਅਰਿਕ ਪ੍ਰੈਸ਼ਰ। ਐਟਮੋਸਫੀਅਰਿਕ ਪ੍ਰੈਸ਼ਰ ਕੀ ਹੁੰਦਾ ਹੈ? ਦੀ ਪ੍ਰੈਸ਼ਰ ਆਫ ਏਅਰ ਇਨ ਐਟਮੋਸਫੀਅਰ ਇਜ਼ ਕਾਲਡ ਐਟਮੋਸਫੀਅਰਿਕ
ਪ੍ਰੈਸ਼ਰ। ਐਟਮੋਸਫੀਅਰ ਦੇ ਵਿੱਚ ਜਿਹੜਾ ਏਅਰ ਦਾ ਪ੍ਰੈਸ਼ਰ ਹੈ ਉਸ ਨੂੰ ਐਟਮੋਸਫੀਅਰਿਕ ਪ੍ਰੈਸ਼ਰ ਕਿਹਾ ਜਾਂਦਾ ਹੈ। ਅਤੇ ਇਸ ਦੇ ਯੂਨਿਟ ਕੀ ਹਨ? ਜਿਵੇਂ ਅਸੀਂ ਲੈਂਥ ਨੂੰ ਮੀਟਰ ਕਿਲੋਮੀਟਰ 'ਚ ਨਾਪਦੇ ਹਾਂ ਅਤੇ ਮਾਸ ਨੂੰ ਗ੍ਰਾਮ ਕਿਲੋਗ੍ਰਾਮ 'ਚ ਨਾਪਦੇ ਹਾਂ, ਐਟਮੋਸਫੀਅਰਿਕ ਪ੍ਰੈਸ਼ਰ ਨੂੰ ਕਿਸ ਤਰ੍ਹਾਂ ਨਾਪਿਆ ਜਾਂਦਾ ਹੈ, ਮਿਣਿਆ ਜਾਂਦਾ ਹੈ, ਕੀ ਯੂਨਿਟ ਹਨ? ਦੀ ਯੂਨਿਟ ਆਫ ਐਟਮੋਸਫੀਅਰਿਕ ਪ੍ਰੈਸ਼ਰ ਇਜ਼ ਪਾਸਕਲ। ਪਾਸਕਲ ਸ਼ਾਰਟ ਦੇ ਵਿੱਚ ਇਸ ਨੂੰ PA ਨਾਲ ਵੀ ਲਿਖਿਆ ਜਾਂਦਾ ਹੈ, ਪਾਸਕਲ। 1 ਐਟਮੋਸਫੀਅਰ ਕਿਹਦੇ ਬਰਾਬਰ ਹੈ? ਇੱਕ ਐਟਮੋਸਫੀਅਰਿਕ ਪ੍ਰੈਸ਼ਰ 1.01 × 10⁵ 10⁵ ਹੈ, 105 ਨਹੀਂ ਹੈ, 10⁵ ਪਾਸਕਲ। ਇਸ ਨੂੰ ਠੀਕ ਕਰ ਲੈਣਾ। 1 ਐਟਮੋਸਫੀਅਰਿਕ ਪ੍ਰੈਸ਼ਰ 1.01 × 10⁵ ਪਾਸਕਲ, ਇੱਕ ਐਟਮੋਸਫੀਅਰਿਕ ਪ੍ਰੈਸ਼ਰ ਇਸ ਦੇ ਬਰਾਬਰ ਹੈ। ਜਦੋਂ ਕਿਸੇ ਵੀ ਚੀਜ਼ ਦੇ ਵਿੱਚ ਅਸੀਂ ਵੈਕਿਊਮ ਕ੍ਰੀਏਟ ਕਰ ਦਿੰਦੇ ਹਾਂ, ਵੈਕਿਊਮ, ਤਾਂ ਉਸ ਵਿੱਚ ਏਅਰ ਐਂਟਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਇੱਕ ਕੋਈ ਵੀ ਆਬਜੈਕਟ ਹੈ ਉਹਦੇ ਵਿੱਚ ਵੈਕਿਊਮ ਕ੍ਰੀਏਟ ਕਰ ਦਈਏ, ਜਿਵੇਂ ਆਮ ਬੱਚੇ ਇੱਕ ਗੇਮ ਖੇਡਦੇ ਹਨ ਜੋ ਪੈਨ ਦੀ ਕੈਪ ਹੈ ਉਸ ਨੂੰ ਆਪਣੇ ਲਿਪਸ ਦੇ ਨਾਲ ਚਿਮੇੜ ਲੈਂਦੇ ਹਨ। ਉਹ ਕਿਵੇਂ ਚਿੰਬੜ ਜਾਂਦੀ ਹੈ? ਉਸ ਵਿੱਚੋਂ ਏਅਰ ਖਿੱਚ ਲਈ ਜਾਂਦੀ ਹੈ ਅਤੇ ਉਹ ਸਾਡੇ ਲਿਪਸ ਦੇ ਨਾਲ ਚਿਪਕ ਜਾਂਦੀ ਹੈ। ਉਹ ਅੰਦਰ ਕੀ ਹੈ? ਉਸ ਕੈਪ ਦੇ ਅੰਦਰ ਵੈਕਿਊਮ ਹੈ ਅਤੇ ਏਅਰ ਅੰਦਰ ਵੜਨਾ ਚਾਹੁੰਦੀ ਹੈ, ਏਅਰ ਐਂਟਰ ਹੋਣਾ ਚਾਹੁੰਦੀ ਹੈ। ਅਤੇ ਉਹ ਜਿਹੜਾ ਉੱਪਰ ਪ੍ਰੈਸ਼ਰ ਪੈ ਰਿਹਾ ਹੈ ਉਹ ਕਿਹੜਾ ਪ੍ਰੈਸ਼ਰ ਹੈ? ਪ੍ਰੈਸ਼ਰ ਆਫ ਏਅਰ, ਐਟਮੋਸਫੀਅਰਿਕ ਪ੍ਰੈਸ਼ਰ। ਉਮੀਦ ਹੈ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। ਅੱਜ ਅਸੀਂ ਪੜ੍ਹਿਆ ਹੈ ਵੈਪਰਾਈਜੇਸ਼ਨ ਅਤੇ ਇਵੈਪੋਰੇਸ਼ਨ 'ਚ ਕੀ ਫਰਕ ਹੈ ਅਤੇ ਐਟਮੋਸਫੀਅਰਿਕ ਪ੍ਰੈਸ਼ਰ ਕੀ ਹੁੰਦਾ ਹੈ। ਅੱਗੇ ਫੈਕਟਰ ਹਨ, ਫੈਕਟਰ ਇਫੈਕਟਿੰਗ ਇਵੈਪੋਰੇਸ਼ਨ। ਕਿਹੜੇ ਕਿਹੜੇ ਫੈਕਟਰ ਹਨ ਜਿਹੜੇ ਇਵੈਪੋਰੇਸ਼ਨ ਨੂੰ ਇਫੈਕਟ ਕਰਦੇ ਹਨ? ਕਿਹੜੇ ਕਿਹੜੇ ਫੈਕਟਰ ਹਨ ਜਿਨ੍ਹਾਂ ਨਾਲ ਇਵੈਪੋਰੇਸ਼ਨ ਤੇਜ਼ ਹੋ ਜਾਂਦੀ ਹੈ? ਸੋ ਇਹ ਡਿਸਕਸ ਕਰਨਾ ਹੈ। ਇਵੈਪੋਰੇਸ਼ਨ ਕੀ ਹੁੰਦੀ ਹੈ? ਚੇਂਜ ਆਫ ਲਿਕੁਇਡ ਇਨਟੂ ਵੇਪਰਸ ਬਿਲੋ ਐਨੀ ਟੈਂਪਰੇਚਰ, ਬਿਲੋ ਇਟਸ ਬੋਇਲਿੰਗ ਪੁਆਇੰਟ। ਕਿਸੇ ਵੀ ਬੋਇਲਿੰਗ ਪੁਆਇੰਟ ਤੋਂ ਥੱਲੇ ਲਿਕੁਇਡ ਦਾ ਵੇਪਰ 'ਚ ਕਨਵਰਟ ਹੋ ਜਾਣਾ, ਇਟ ਇਜ਼ ਕਾਲਡ ਇਵੈਪੋਰੇਸ਼ਨ। ਅਤੇ ਕਿਹੜੇ ਕਿਹੜੇ ਫੈਕਟਰ ਨੇ ਜਿਹੜੇ ਇਸ ਨੂੰ ਇਫੈਕਟ ਕਰਦੇ ਨੇ? ਫੈਕਟਰ ਇਫੈਕਟਿੰਗ ਇਵੈਪੋਰੇਸ਼ਨ। ਇਹ ਬੇਟੇ ਮੈਂ ਬਰੀਫਲੀ ਡਿਸਕਸ ਕਰਾਂਗਾ। ਪਹਿਲਾ ਫੈਕਟਰ ਹੈ ਸਰਫੇਸ ਏਰੀਆ। ਸਰਫੇਸ ਏਰੀਆ, ਜਿੰਨਾ ਏਰੀਆ ਵੱਧ ਹੋਏਗਾ ਓਨੀ ਹੀ ਇਵੈਪੋਰੇਸ਼ਨ ਵੱਧ ਹੋਵੇਗੀ। ਇਫ ਸਰਫੇਸ ਏਰੀਆ ਇਜ਼ ਇਨਕਰੀਜ਼ਡ ਦੀ ਰੇਟ ਆਫ ਇਵੈਪੋਰੇਸ਼ਨ ਇਨਕਰੀਜ਼ਿਜ਼। ਜੇ ਸਰਫੇਸ ਏਰੀਆ ਵਧਾ ਦਈਏ ਤਾਂ ਇਵੈਪੋਰੇਸ਼ਨ ਵੀ ਵੱਧ ਜਾਂਦੀ ਹੈ। ਜਿਸ ਤਰ੍ਹਾਂ ਇੱਕ ਅਸੀਂ ਐਗਜ਼ਾਮਪਲ ਲਈਏ ਕਿ ਇੱਕ ਪੱਗ ਹੈ ਜੋ ਅਸੀਂ ਟਰਬਨ ਸਿਰ 'ਤੇ ਬੰਨ੍ਹਦੇ ਹਾਂ, ਉਸ ਨੂੰ ਧੋ ਕੇ ਅਸੀਂ ਇਸੇ ਤਰ੍ਹਾਂ ਹੀ ਸੁੱਕਣਾ ਪਾ ਦਈਏ ਧੁੱਪ ਦੇ ਵਿੱਚ ਤਾਂ ਉਸ ਨੂੰ ਟਾਈਮ ਲੱਗੇਗਾ। ਪਰ ਜੇਕਰ ਅਸੀਂ ਉਸ ਨੂੰ ਖੋਲ੍ਹ ਕੇ ਬਿਲਕੁਲ ਐਕਸਪੈਂਡ ਕਰਕੇ ਉਹਦਾ ਏਰੀਆ ਵਧਾ ਕੇ ਤਾਰ ਦੇ ਉੱਤੇ ਪਾ ਦਈਏ ਤਾਂ ਉਹ ਜਲਦੀ ਸੁੱਕ ਜਾਵੇਗੀ। ਸੋ ਜਿੰਨਾ ਸਰਫੇਸ ਏਰੀਆ ਜ਼ਿਆਦਾ ਹੋਵੇਗਾ ਓਨਾ ਹੀ ਇਵੈਪੋਰੇਸ਼ਨ ਆ ਜਿਹੜੀ ਉਹ ਵੱਧ ਜਾਵੇਗੀ। ਜਿੰਨਾ ਸਰਫੇਸ ਏਰੀਆ ਘੱਟ ਹੋਵੇਗਾ, ਇੱਕ ਪੱਗ ਹੈ ਉਸ ਦੀਆਂ 8 ਤਹਿਾਂ ਲਾ ਦਿਓ, ਦੇਰ ਨਾਲ ਸੁੱਕੂਗੀ। 6 ਲਾ ਦਿਓ ਅਤੇ ਉਸ ਨੂੰ ਖੋਲ੍ਹ ਦਿਓ ਤਾਂ ਜਲਦੀ ਸੁੱਕ ਜਾਵੇਗੀ। ਉਸ ਨੂੰ ਬਿਲਕੁਲ ਸਿੰਗਲ ਕਰ ਦਿਓ ਤਾਂ ਹੋਰ ਜਲਦੀ ਸੁੱਕ ਜਾਵੇਗੀ। ਸੋ ਪਹਿਲਾ ਕੀ ਹੈ? ਸਰਫੇਸ ਏਰੀਆ। ਸਰਫੇਸ ਏਰੀਆ ਵਧਾਉਣ ਦੇ ਨਾਲ ਇਵੈਪੋਰੇਸ਼ਨ ਵੱਧ ਜਾਂਦੀ ਹੈ। ਪਹਿਲਾ ਫੈਕਟਰ ਹੈ ਜਿਹਦੇ 'ਤੇ ਇਵੈਪੋਰੇਸ਼ਨ ਡਿਪੈਂਡ ਕਰਦੀ ਹੈ, ਉਹ ਹੈ ਸਰਫੇਸ ਏਰੀਆ। ਦੂਸਰਾ
ਇਨਕਰੀਜ਼ ਇਨ ਟੈਂਪਰੇਚਰ ਤੇ ਡਿਪੈਂਡ ਕਰਦੀ ਹੈ। ਨੋਟ ਕਰ ਲੈਣਾ ਇਹ। ਪਹਿਲਾ ਸਰਫਸ ਏਰੀਆ, ਜਿੰਨਾ ਸਰਫਸ ਏਰੀਆ ਵੱਧ ਹੋਊਗਾ ਉਨੀ ਵੈਪਰੇਸ਼ਨ ਵੱਧ ਜਾਊਗੀ। ਦੂਸਰਾ ਟੈਂਪਰੇਚਰ 'ਤੇ, ਘੱਟ ਟੈਂਪਰੇਚਰ 'ਤੇ ਵੈਪਰੇਸ਼ਨ ਘੱਟ ਹੋਵੇਗੀ ਅਤੇ ਜਿਉਂ ਹੀ ਟੈਂਪਰੇਚਰ ਵੱਧ ਜਾਵੇਗਾ ਵੈਪਰੇਸ਼ਨ ਵੱਧ ਜਾਵੇਗੀ। ਜਾਂ ਇਹ ਕਹਿ ਲਓ ਉਹੀ ਪੱਗ ਨੂੰ ਅਸੀਂ ਇੱਕ ਛਾਂ ਦੇ ਵਿੱਚ ਸੁੱਕਣਾ ਪਾਈਏ ਤਾਂ ਟਾਈਮ ਲੱਗੇਗਾ ਅਤੇ ਧੁੱਪ ਦੇ ਵਿੱਚ ਪਾ ਦਈਏ ਤਾਂ ਜਲਦੀ ਸੁੱਕ ਜਾਵੇਗੀ। ਦੂਸਰਾ ਫੈਕਟਰ ਹੈ ਟੈਂਪਰੇਚਰ। ਵਿਦ ਦ ਇਨਕਰੀਜ਼ ਆਫ ਟੈਂਪਰੇਚਰ ਦੇ ਵਧਣ ਦੇ ਨਾਲ ਮੋਰ ਨੰਬਰ ਆਫ ਪਾਰਟੀਕਲ ਗੈਟ ਕਿਨੈਟਿਕ ਐਨਰਜੀ ਟੂ ਗੋ ਇਨਟੂ ਵੇਪਰ ਸਟੇਟ। ਵੱਧ ਮੋਲੀਕਿਊਲਸ ਨੇ ਜਿਹੜੇ ਉਹਨਾਂ ਨੂੰ ਕਿਨੈਟਿਕ ਐਨਰਜੀ ਮਿਲੇਗੀ ਅਤੇ ਉਹ ਐਸਕੇਪ ਹੋ ਜਾਣਗੇ। ਤੀਸਰਾ ਫੈਕਟਰ ਹੈ ਬੇਟਾ ਜਿਹੜਾ, ਦੈਟ ਇਜ਼ ਹਿਊਮਿਡਿਟੀ ਜਿਹਨੂੰ ਅਸੀਂ ਨਮੀ ਕਹਿ ਦਿੰਦੇ ਹਾਂ। ਇਸ ਦੇ ਉਲਟ ਹੈ, ਜਿੰਨੀ ਵਾਤਾਵਰਨ ਦੇ ਵਿੱਚ ਜਾਂ ਏਅਰ ਦੇ ਵਿੱਚ ਨਮੀ ਵੱਧ ਹੋਵੇਗੀ ਉਨੀ ਵੈਪਰੇਸ਼ਨ ਘੱਟ ਹੋਵੇਗੀ। ਜਿਵੇਂ ਬਾਰਿਸ਼ ਦੇ ਦਿਨਾਂ ਦੇ ਵਿੱਚ ਜੇ ਨਮੀ ਵੱਧ ਹੈ ਤਾਂ ਇਵੈਪਰੇਸ਼ਨ ਘੱਟ ਜਾਵੇਗੀ, ਜੇ ਨਮੀ ਘੱਟ ਹੈ ਤਾਂ ਇਵੈਪਰੇਸ਼ਨ ਵੱਧ ਜਾਵੇਗੀ। ਪਹਿਲੇ ਜਿਹੜੇ ਦੋ ਫੈਕਟਰ ਨੇ ਉਹਨਾਂ ਦੇ ਡਾਇਰੈਕਟ ਪ੍ਰਪੋਰਸ਼ਨ ਹਨ। ਡਾਇਰੈਕਟ ਮਤਲਬ ਜੇ ਵਧਣਗੇ ਤਾਂ ਇਵੈਪਰੇਸ਼ਨ ਵੱਧ ਜਾਏਗੀ। ਸਰਫੇਸ ਏਰੀਆ ਵਧਣ ਦੇ ਨਾਲ ਇਵੈਪਰੇਸ਼ਨ ਵੱਧਦੀ ਹੈ। ਟੈਂਪਰੇਚਰ ਵਧਣ ਦੇ ਨਾਲ ਵੀ ਇਵੈਪਰੇਸ਼ਨ ਵੱਧਦੀ ਹੈ। ਹਿਊਮਿਡਿਟੀ ਨਮੀ ਵਧਣ ਦੇ ਨਾਲ, ਜੇ ਸੈੱਲ ਜਿਹਨੂੰ ਕਹਿ ਦਿੰਦੇ ਹਾਂ, ਸੈੱਲ ਵਧਣ ਦੇ ਨਾਲ ਇਵੈਪਰੇਸ਼ਨ ਘਟਦੀ ਹੈ। ਇਹ ਇਨਵਰਸਲੀ ਪ੍ਰਪੋਰਸ਼ਨਲ ਹੈ। ਹਿਊਮਿਡਿਟੀ ਵਧਣ ਦੇ ਨਾਲ ਇਵੈਪਰੇਸ਼ਨ ਘਟਦੀ ਹੈ ਅਤੇ ਘਟਣ ਦੇ ਨਾਲ ਇਵੈਪਰੇਸ਼ਨ ਵੱਧਦੀ ਹੈ। ਤੀਸਰਾ ਫੈਕਟਰ ਇਹ ਸੀ, ਪਹਿਲਾ ਸਰਫੇਸ ਏਰੀਆ, ਸੈਕਿੰਡ ਟੈਂਪਰੇਚਰ ਅਤੇ ਤੀਸਰਾ ਹਿਊਮਿਡਿਟੀ। ਚੌਥਾ ਹੈ ਜੀ ਵਿੰਡ ਸਪੀਡ, ਹਵਾ ਦੀ ਸਪੀਡ। ਜਿੰਨੀ ਹਵਾ ਦੀ ਸਪੀਡ ਵੱਧ ਹੋਵੇਗੀ ਉਨੀ ਇਵੈਪਰੇਸ਼ਨ ਵੱਧ ਹੋਵੇਗੀ, ਉਨੀ ਜਲਦੀ ਕੱਪੜਾ ਜਿਹੜਾ ਸੁੱਕ ਜਾਵੇਗਾ। ਜਿੰਨੀ ਹਵਾ ਦੀ ਸਪੀਡ ਘੱਟ ਹੋਵੇਗੀ ਉਨੀ ਇਵੈਪਰੇਸ਼ਨ ਘੱਟ ਹੋਵੇਗੀ। ਸੋ 3 ਫੈਕਟਰ ਹਨ ਜਿਹੜੇ ਸਰਫੇਸ ਏਰੀਆ, ਟੈਂਪਰੇਚਰ ਅਤੇ ਲਾਸਟ ਸਪੀਡ ਆਫ ਵਿੰਡ ਜਾਂ ਵਿੰਡ ਸਪੀਡ। ਇਹਨਾਂ ਸਾਰਿਆਂ ਦੇ ਵਧਣ ਦੇ ਨਾਲ ਇਵੈਪਰੇਸ਼ਨ ਵੱਧ ਜਾਵੇਗੀ ਅਤੇ ਘਟਣ ਦੇ ਨਾਲ ਘੱਟ ਜਾਵੇਗੀ। ਪਰ ਇੱਕ ਫੈਕਟਰ ਆ ਹਿਊਮਿਡਿਟੀ, ਸੈੱਲ ਨਮੀ, ਜਿਹਦੇ ਵਧਣ ਦੇ ਨਾਲ ਇਫ ਦਾ ਅਮਾਊਂਟ ਆਫ ਵਾਟਰ ਵੇਪਰਸ ਇਨ ਏਅਰ ਆਲਰੇਡੀ ਹਾਈ, ਜੇ ਵਾਟਰ ਵੇਪਰਸ ਏਅਰ ਦੇ ਵਿੱਚ ਵੱਧ ਨੇ ਜਾਣੀ ਹਿਊਮਿਡਿਟੀ ਵੱਧ ਹੈ, ਦੀ ਰੇਟ ਆਫ ਇਵੈਪਰੇਸ਼ਨ ਡਿਕਰੀਜ਼ਿਜ਼, ਅਤੇ ਰੇਟ ਆਫ ਇਵੈਪਰੇਸ਼ਨ ਹੈ ਜਿਹੜੀ ਡਿਕਰੀਜ਼ ਕਰ ਜਾਂਦੀ ਹੈ। ਅਤੇ ਲਾਸਟ ਪੁਆਇੰਟ ਹੈ ਹਾਊ ਡਜ਼ ਇਵੈਪਰੇਸ਼ਨ ਕਾਜ਼ ਕੂਲਿੰਗ। ਇਵੈਪਰੇਸ਼ਨ ਕੂਲਿੰਗ ਕਿਵੇਂ ਕਰਦੀ ਹੈ? ਇਸ ਦੀਆਂ ਬਹੁਤ ਸਾਰੇ ਐਗਜ਼ਾਮਪਲ ਹਨ ਅਤੇ ਤੁਸੀਂ ਕੁਐਸਚਨ ਆਨਸਰ ਵੀ ਬੇਟੇ ਰੀਡ ਕਰ ਲੈਣੇ ਨੇ ਇੱਕ ਵਾਰ। ਉੱਥੇ ਤੁਹਾਨੂੰ 2-3 ਕੁਐਸਚਨ ਆਉਂਦੇ ਨੇ, ਆਪਾਂ ਥੋੜ੍ਹਾ ਡਿਸਕਸ ਕਰ ਲੈਂਦੇ ਹਾਂ। ਸੈਕਿੰਡ, ਹਾਊ ਡਜ਼ ਵਾਟਰ ਕੀਪਡ ਇਨ ਅਰਥਨ ਪੋਟ, ਘੜਾ ਜਿਹਨੂੰ ਕਹਿੰਦੇ ਆ ਮਟਕਾ, ਬਿਕਮਸ ਕੂਲ ਡੂਰਿੰਗ ਸਮਰ। ਉਸ ਦੇ ਵਿੱਚ ਘੜੇ ਦੇ ਵਿੱਚ ਪਾਣੀ ਹੈ ਜਿਹੜਾ ਉਹ ਠੰਡਾ ਕਿਉਂ ਹੋ ਜਾਂਦਾ ਹੈ? ਦੂਸਰਾ, ਵਾਈ ਡਜ਼ ਆਵਰ ਪਾਮ, ਹਥੇਲੀ ਐਲ ਸਾਈਲੈਂਟ ਹੈ, ਪਾਮ ਫੀਲ ਕੋਲਡ ਵੈਨ ਵੀ ਪੁੱਟ ਸਮ ਐਸੀਟੋਨ ਔਰ ਪੈਟਰੋਲ ਔਰ ਪਰਫਿਊਮ ਔਨ ਇਟ। ਜਦੋਂ ਅਸੀਂ ਹੱਥ 'ਤੇ ਪੈਟਰੋਲ ਜਾਂ ਪਰਫਿਊਮ ਰੱਖਦੇ ਹਾਂ ਤਾਂ ਸਾਡੀ ਜਿਹੜੀ ਹਥੇਲੀ ਆ ਉਹ ਠੰਡੀ ਕਿਉਂ ਹੋ ਜਾਂਦੀ ਹੈ? ਸਾਰਿਆਂ ਦਾ ਕਾਰਨ ਇਵੈਪਰੇਸ਼ਨ ਹੈ, ਡਿਸਕਸ ਕਰਾਂਗੇ। ਲਾਸਟ, ਬਾਏ ਆਰ ਵੀ ਏਬਲ ਟੂ ਸਿਪ ਹੌਟ ਟੀ ਔਰ ਮਿਲਕ ਫਾਸਟਰ ਫਰਾਮ ਏ ਸੌਸਰ ਰੈਦਰ ਦੈਨ ਏ ਕੱਪ। ਇੱਕ ਕੱਪ ਨਾਲੋਂ ਖੁੱਲ੍ਹੀ ਪਲੇਟ ਜਿਹਨੂੰ ਸੌਸਰ ਕਹਿੰਦੇ ਆ ਉਸ ਵਿੱਚ ਚਾਹ ਜਾਂ ਦੁੱਧ ਪੀਣਾ ਛੇਤੀ ਕਿਉਂ ਪੀ ਲੈਂਦੇ ਅਸੀਂ, ਜਲਦੀ ਕਿਉਂ ਪੀ ਲੈਂਦੇ ਹਾਂ? ਕਿਉਂਕਿ ਉਹਦੇ ਵਿੱਚ ਸਰਫੇਸ ਏਰੀਆ ਵੱਧ ਗਿਆ, ਇਸ ਲਈ ਇਵੈਪਰੇਸ਼ਨ ਵੱਧ ਗਈ। ਸਰਫੇਸ ਏਰੀਆ ਪਲੇਟ ਹੈ ਜਿਹੜੀ ਉਸਦਾ ਸਰਫੇਸ ਏਰੀਆ ਗਲਾਸ ਨਾਲੋਂ ਵੱਧ ਹੈ, ਇਸ ਲਈ ਉਸ ਵਿੱਚ ਜਲਦੀ ਦੁੱਧ ਅਤੇ
ਚਾਹ ਜਿਹੜੀ ਠੰਡੀ ਹੋ ਜਾਵੇਗੀ। ਸਿਮਿਲਰਲੀ ਜਿਹੜਾ ਮਟਕਾ ਹੈ, ਮਟਕਾ ਘੜਾ, ਉਸ ਦੇ ਵਿੱਚ ਪੋਰਸ ਹੁੰਦੇ ਨੇ, ਅਤੇ ਪੋਰਸ ਨੇ ਜਿਹੜੇ, ਪੋਰਸ ਦੇ ਰਾਹੀਂ ਜਦੋਂ ਪਾਣੀ ਬਾਹਰ ਆ ਜਾਂਦਾ ਹੈ ਅਤੇ ਬਾਹਰੋਂ ਅਵੈਪਰੇਸ਼ਨ ਹੁੰਦੀ ਹੈ, ਪਾਣੀ ਉੱਡਦਾ ਹੈ, ਅਤੇ ਜਿਹੜੀ ਕੂਲਿੰਗ ਇਫੈਕਟ ਆ ਉਹ ਕ੍ਰੀਏਟ ਹੋ ਜਾਂਦਾ, ਕੂਲਿੰਗ ਇਫੈਕਟ ਹੋ ਜਾਂਦਾ। ਇਸੇ ਤਰ੍ਹਾਂ ਅਸੀਂ ਹੱਥ 'ਤੇ ਜਦੋਂ ਪੈਟਰੋਲ ਜਾਂ ਡੀਜ਼ਲ ਰੱਖਦੇ ਹਾਂ, ਉਸ ਦੀ ਇਵੈਪਰੇਸ਼ਨ ਹੋ ਜਾਂਦੀ ਹੈ। ਵਾਟਰ ਵੇਪਰਸ ਨੇ ਜਿਹੜੇ, ਜਾਂ ਉਹ ਵੇਪਰਸ ਪੈਟਰੋਲ ਦੇ ਹਨ, ਉਹ ਉੱਡਦੇ ਹਨ, ਵਿਚ ਕਾਜ਼ਸ ਕੂਲਿੰਗ ਇਫੈਕਟ, ਜਿਹਦੇ ਕਰਕੇ ਕੂਲਿੰਗ ਇਫੈਕਟ ਹੁੰਦੀ ਹੈ। ਅਤੇ ਸਾਨੂੰ ਕਈ ਵਾਰ ਅਸੀਂ ਪਸੀਨਾ ਆ ਜਾਂਦਾ ਹੈ, ਅਤੇ ਉਸ ਨਾਲ ਅਸੀਂ ਕੱਪੜੇ ਸਾਡੇ ਗਿੱਲੇ ਹੋ ਜਾਂਦੇ ਹਨ, ਸ਼ਰਟ ਕਹਿ ਲਓ ਗਿੱਲੀ ਹੋ ਜਾਂਦੀ ਹੈ, ਤਾਂ ਅਸੀਂ ਕੂਲਿੰਗ ਫੀਲ ਕਰਦੇ ਹਾਂ ਜਦੋਂ ਉਸ ਨੂੰ ਪਸੀਨਾ ਆਇਆ ਹੁੰਦਾ ਹੈ। ਅਤੇ ਉਹ ਸਾਰਿਆਂ ਦਾ ਕਾਰਨ ਕੀ ਹੈ? ਉਸ ਲਿਕੁਇਡ ਦੀ ਇਵੈਪਰੇਸ਼ਨ ਹੁੰਦੀ ਹੈ, ਐਂਡ ਇਵੈਪਰੇਸ਼ਨ ਕਾਜ਼ਸ ਕੂਲਿੰਗ ਇਫੈਕਟ। ਇਵੈਪਰੇਸ਼ਨ ਕੀ ਕਰਦਾ ਹੈ? ਕੂਲਿੰਗ ਇਫੈਕਟ। ਸੋ ਇਹ ਸੀ ਸਾਡਾ ਲਾਸਟ ਜਿਹੜਾ ਟੋਪਿਕ ਸੀ, ਹਾਊ ਡਜ਼ ਇਵੈਪਰੇਸ਼ਨ ਕਾਜ਼ਸ ਕੂਲਿੰਗ। ਤੁਸੀਂ ਇਹ ਸਾਰਾ ਰੀਡਿੰਗ ਲੈ ਲੈਣੀ ਆ, ਜੋ ਮੈਂ ਦੱਸਿਆ ਉਹੀ ਇਹਦੇ ਵਿੱਚ ਡਿਸਕਸ ਕਰਿਆ ਹੋਇਆ ਹੈ। ਅਤੇ ਇਸ ਤੋਂ ਬਾਅਦ ਕੁਐਸਚਨ ਆਨਸਰ ਇਹ 4 ਆਪਾਂ ਡਿਸਕਸ ਕਰ ਲਏ ਹਨ। ਅਤੇ ਇਹ ਵੀ ਕੁਐਸਚਨ ਹੈ ਅੱਗੇ, ਇਹਦਾ ਵੀ ਕਾਰਨ ਸੇਮ ਹੈ। ਵਾਈ ਡੂ ਵੀ ਵੀਅਰ ਕਾਟਨ ਕਲੋਥਸ ਇਨ ਸਮਰ। ਸਮਰ ਦੇ ਵਿੱਚ ਕਾਟਨ ਕਲੋਥ ਕਿਉਂ ਵੀਅਰ ਕਰਦੇ ਹਾਂ? ਸੇਮ ਰੀਜ਼ਨ ਹੈ। We know during evaporation the particles at the surface of liquid gain energy from surrounding or body surface and change into vapors। ਅਤੇ ਉਹ ਕਾਹਦੇ ਵਿੱਚ ਕਨਵਰਟ ਕਰ ਜਾਂਦੀ ਹੈ? ਵੇਪਰਸ ਦੇ ਵਿੱਚ। ਅਤੇ ਵੇਪਰਸ ਕੀ ਕਰਦੇ ਨੇ? ਇਟ ਕਾਜ਼ਸ ਕੂਲਿੰਗ। The heat equal to the latent heat of vaporization is absorbed by the body, leaving the body cool। ਕਾਟਨ ਬੀਇੰਗ ਏ ਗੁੱਡ ਅਬਜ਼ੋਰਬਰ ਆਫ ਵਾਟਰ। ਕਾਟਨ ਹੈ ਜਿਹੜੀ, ਉਹ ਪਾਣੀ ਨੂੰ ਸਭ ਤੋਂ ਵੱਧ ਅਬਜ਼ੋਰਬ ਕਰਦੀ ਹੈ। ਦੀ ਸਵੀਟ ਅਤੇ ਪਸੀਨੇ ਨੂੰ ਅਬਜ਼ੋਰਬ ਕਰਦੀ ਹੈ। ਐਕਸਪੋਜ਼ਿੰਗ ਇਟ ਟੂ ਐਟਮੋਸਫੀਅਰ, ਅਤੇ ਇਸ ਨੂੰ ਐਟਮੋਸਫੀਅਰ ਵੱਲ ਐਕਸਪੋਜ਼ ਕਰ ਦਿੰਦੀ ਹੈ, ਛੱਡਦੀ ਹੈ, ਐਵੈਪਰੇਟ ਕਰਦੀ ਹੈ ਫਾਰ ਈਜ਼ੀ ਐਵੈਪਰੇਸ਼ਨ। ਇਸ ਲਈ ਅਸੀਂ ਜਿਹੜੇ ਕਲੋਥਸ ਹਨ ਉਹ ਕਾਟਨ ਦੇ ਵੀਅਰ ਕਰਦੇ ਹਾਂ ਗਰਮੀ ਦੇ ਵਿੱਚ। ਇੱਕ ਕੁਐਸਚਨ ਹੋ ਰਿਹਾ ਬੇਟੇ, ਇਹ ਵੀ ਤੁਸੀਂ ਡਿਸਕਸ ਕਰ ਲਓ, ਲਾਸਟ ਹੈ। ਵਾਈ ਡੂ ਵੀ ਸੀ ਵਾਟਰ ਡਰੋਪਲੇਟਸ ਔਨ ਦਾ ਆਊਟਰ ਸਰਫੇਸ ਆਫ ਗਲਾਸ ਕੰਟੇਨਿੰਗ ਆਈਸ ਕੋਲਡ ਵਾਟਰ। ਇੱਕ ਪਾਣੀ ਦੇ ਵਿੱਚ, ਗਲਾਸ ਦੇ ਵਿੱਚ ਠੰਡਾ ਪਾਣੀ ਹੈ, ਉਸ ਗਲਾਸ ਦੇ ਬਾਹਰ ਪਾਣੀ ਕਿੱਥੋਂ ਆ ਜਾਂਦਾ ਹੈ? ਵਾਟਰ ਡਰੋਪਸ ਬਾਹਰੋਂ ਕਿਵੇਂ ਆ ਜਾਂਦੀਆਂ ਹਨ? ਉਸ ਦਾ ਕਾਰਨ ਕੀ ਹੈ? ਦੀ ਵਾਟਰ ਵੇਪਰਸ ਪ੍ਰੈਜੈਂਟ ਇਨ ਏਅਰ। ਹਵਾ ਦੇ ਵਿੱਚ ਜਿਹੜੀ ਹਿਊਮਿਡਿਟੀ ਹੈ, ਵਾਟਰ ਵੇਪਰਸ ਹਨ, ਔਨ ਕਮਿੰਗ ਇਨ ਕੰਟੈਕਟ ਵਿਦ ਕੋਲਡ ਗਲਾਸ। ਜਦੋਂ ਕੋਲਡ ਗਲਾਸ ਦੇ ਨਾਲ ਟੱਚ ਕਰਦੇ ਨੇ, ਜਿਹੜੇ ਵਾਟਰ ਵੇਪਰਸ ਐਟਮੋਸਫੀਅਰ ਦੇ ਵਿੱਚ ਨੇ, ਜਦੋਂ ਉਹ ਠੰਡੇ ਗਲਾਸ ਨੂੰ ਟੱਚ ਕਰਦੇ ਆ। ਗਲਾਸ ਠੰਡਾ ਕਿਉਂ ਹੈ? ਕਿਉਂਕਿ ਉਸ ਵਿੱਚ ਬਰਫ਼ ਵਾਲਾ ਪਾਣੀ ਹੈ। ਜਦੋਂ ਠੰਡੇ ਗਲਾਸ ਨੂੰ ਟੱਚ ਕਰਦੇ ਆ, ਤਾਂ ਅਸੀਂ ਪਹਿਲਾਂ ਪੜ੍ਹ ਕੇ ਆਏ ਹਾਂ, ਜਦੋਂ ਅਸੀਂ ਗੈਸ ਨੂੰ ਕੂਲ ਕਰਦੇ ਹਾਂ ਤਾਂ ਉਹ ਕੀ ਬਣ ਜਾਂਦੀ ਹੈ? ਲਿਕੁਇਡ। ਜਦੋਂ ਵਾਟਰ ਵੇਪਰ ਠੰਡੇ ਪਾਣੀ ਦੇ, ਠੰਡੇ ਗਲਾਸ ਦੇ ਨਾਲ ਸੰਪਰਕ ਕਰਦੇ ਨੇ, ਤਾਂ ਇਟ ਗੈਟਸ ਕਨਵਰਟਡ ਟੂ ਲਿਕੁਇਡ ਸਟੇਟ। ਉਹ ਕਾਹਦੇ 'ਚ ਬਦਲ ਜਾਂਦੇ ਨੇ? ਲਿਕੁਇਡ ਸਟੇਟਸ ਵਿੱਚ ਵੀ ਸੀ ਐਜ ਏ ਵਾਟਰ ਡਰੋਪਲੇਟਸ, ਜਿਹੜੇ ਸਾਨੂੰ ਵਾਟਰ ਡਰੋਪਲੇਟਸ ਦੇ ਰੂਪ ਦੇ ਵਿੱਚ ਬਾਹਰ ਦਿਖਦੇ ਹਨ। ਸੋ ਇਹ ਸਾਰੇ ਬੇਟੇ ਅੱਜ ਚੈਪਟਰ ਹੈ ਜਿਹੜਾ ਓਵਰ ਹੋ ਗਿਆ। ਕੱਲ੍ਹ ਨੈਕਸਟ ਚੈਪਟਰ ਡਿਸਕਸ ਕਰਾਂਗੇ ਨੈਕਸਟ ਲੈਕਚਰ ਦੇ ਵਿੱਚ। ਸੋ ਸਾਰਿਆਂ ਨੇ ਇਸ ਨੂੰ ਧਿਆਨ ਨਾਲ ਪੜ੍ਹਨਾ ਹੈ, ਸਮਝਣਾ ਹੈ, ਅਤੇ ਕੁਐਸਚਨ ਰੀਡ ਕਰ ਲੈਣੇ ਹਨ। ਓਕੇ ਬੇਟੇ, ਥੈਂਕ ਯੂ, ਹੈਵ ਅ ਨਾਈਸ ਡੇ।